ਸਤਿ ਸ਼੍ਰੀ ਅਕਾਲ ਜੀ, ਪੀਡੀਸੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਮੈਂ ਤੁਹਾਡਾ ਆਪਣਾ ਗੁਰਚੇਤ ਸਿੰਘ ਔਲਖ। ਦੋਸਤੋ ਅੱਜ ਇੱਕ ਖਾਸ ਸ਼ੋਅ ਕਹਿ ਸਕਦੇ ਆ ਔਰ ਹੁੰਦਾ ਲਗਾਤਾਰ ਡੇਲੀ ਇਹੀ ਹੈ, ਪਰ ਅੱਜ ਯੂਕੇ ਔਰ ਕੈਨੇਡਾ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਕੈਨੇਡਾ ਦਾ ਕਾਫੀ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਰਿਜ਼ਲਟ ਰੁਕਿਆ ਹੋਇਆ, ਪਰ ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਦਿੱਕਤ, ਕੋਈ ਨਾ ਕੋਈ ਕਹਿ ਲਓ ਟੈਨਸ਼ਨ ਜ਼ਰੂਰ ਉਹਨਾਂ ਦੇ ਮਨ ਦੇ ਵਿੱਚ ਕਿ ਸਾਡਾ ਰਿਜ਼ਲਟ ਆਊਗਾ ਜਾਂ ਨਹੀਂ ਆਊਗਾ, ਵੀ ਸਾਡੀ ਜਿਹੜੀ ਫਾਈਲ ਲੱਗੀ ਸੀ, ਸਾਡੇ ਜਿਹੜੇ ਪੈਸੇ ਲੱਗੇ ਸੀ ਉਹ ਕਿਸੇ ਸਕਾਰ ਤੇ ਆਉਣਗੇ ਜਾਂ ਨਹੀਂ ਆਉਣਗੇ। ਸੋ ਅੱਜ ਇਸ ਬਾਬਤ ਜਿਹੜੀ ਸਾਡੀ ਗੱਲਬਾਤ ਆ ਉਹ ਜਿਹੜੇ ਰਾਇਲ ਟਰੈਵਲਸ ਦੇ ਮੈਨੇਜਿੰਗ ਡਾਇਰੈਕਟਰ ਅਰਵਿੰਦਰ ਪਾਲ ਜੀ ਹੋਣਗੇ ਔਰ ਉਹਨਾਂ ਦੇ ਨਾਲ ਆਪਾਂ ਅੱਜ ਖਾਸ ਸ਼ੋਅ ਕਰਾਂਗੇ। ਲਾਈਵ ਸ਼ੋਅ ਹੁੰਦਾ ਜੀ ਸਾਡਾ ਔਰ ਲਾਈਵ ਕਾਲ ਜਿਹੜਾ ਸਾਡਾ ਨੰਬਰ ਉਹ ਡਿਸਪਲੇ ਦਿੱਤਾ ਹੋਇਆ ਜੀ। ਮੋਬਾਈਲ ਨੰਬਰ ਹੈਗਾ ਜੀ 9268 9268। ਤੁਸੀਂ ਫੋਨ ਚੱਕੋ, ਆਪਣੇ ਸਵਾਲ ਤੁਸੀਂ ਲਾਈਵ ਪੁੱਛ ਸਕਦੇ ਹੋ। ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਤੁਸੀਂ USA ਜਾਣਾ ਚਾਹੁੰਦੇ ਹੋ, ਤੇ ਇੱਕ ਸੁਨਹਿਰੀ ਮੌਕਾ ਹੈ ਰਾਇਲ ਟਰੈਵਲਸ ਦਾ ਔਰ ਜਿਹੜਾ ਤੁਹਾਡੇ ਲੰਮੇ ਸਮੇਂ ਤੋਂ ਤੁਹਾਡੇ ਨਾਲ ਡੀਲ ਕਰ ਰਹੇ ਨੇ, ਲਗਭਗ 23-24 ਸਾਲ ਹੋ ਗਏ ਉਹਨਾਂ ਨੂੰ ਤੁਹਾਡੇ ਨਾਲ ਗੱਲਬਾਤ ਕਰਦਿਆਂ, ਰਾਬਤਾ ਕਾਇਮ ਕਰਦਿਆਂ, ਮਾਰਕੀਟ ਦੇ ਵਿੱਚ ਆਇਆ ਔਰ ਚੰਗਾ ਤਜਰਬਾ ਔਰ ਇਮਾਨਦਾਰ ਇਨਸਾਨ ਨੇ। ਅਰਵਿੰਦਰ ਜੀ ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਬਹੁਤ ਸ਼ੁਕਰੀਆ ਸਿੰਘ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਰਵਿੰਦਰ ਜੀ ਅੱਜ ਗੱਲ ਆਪਾਂ ਪਹਿਲਾਂ ਫਿਰ ਮੈਂ ਕਹਿੰਦਾ ਥੋੜਾ ਜਿਹਾ ਕੈਨੇਡਾ ਤੇ ਝਾਤ ਮਾਰ ਲਈਏ ਕਿਉਂਕਿ ਕੈਨੇਡਾ ਨੂੰ ਲੈ ਕੇ ਕਾਫੀ ਸਟੂਡੈਂਟ ਨੇ ਮਨ ਦੇ ਵਿੱਚ ਇੱਕ ਡਰ ਜਾ, ਇੱਕ ਸਹਿਮ ਜਾ ਕਹਿ ਲਓ ਵੀ ਮਾਹੌਲ ਬਣ ਗਿਆ ਵੀ ਸੋਚਦੇ ਨੇ ਵੀ ਸਾਡਾ ਪੈਸਾ ਲੱਗਾ ਸੀ, ਇੰਨਾ ਪੈਸਾ ਲਾਤਾ, ਥੋੜਾ ਨਹੀਂ ਹੁੰਦਾ, ਕੋਈ 14-15 ਲੱਖ ਰੁਪਇਆ ਲਾ ਦੇਣਾ, ਪਰ ਉਹ ਦਿਲ ਦੇ ਵਿੱਚ ਇੱਕ ਦਹਿਲ ਜਿਹਾ ਜ਼ਰੂਰ ਹੁੰਦਾ ਵੀ ਸਾਡੀ ਫਾਈਲ ਲੱਗੀ ਸੀ, ਵੀਜ਼ਾ ਆਊਗਾ ਕਿ ਨਹੀਂ ਆਊਗਾ। ਜੇ ਗੱਲ ਕਰ ਲਈ ਇਸ ਸਮੇਂ ਕੈਨੇਡਾ ਦੀ ਤੇ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਕੀ ਹਾਲਾਤ ਨੇ, ਕਿੰਨੇ ਕੁ ਵੀਜ਼ੇ ਆ ਰਹੇ ਨੇ ਕਿ ਕੀ ਵੀਜ਼ੇ ਆ ਹੀ ਨਹੀਂ ਰਹੇ? ਸਿੰਘ ਸਾਹਿਬ ਬੇਸਿਕਲੀ ਕੈਨੇਡਾ ਦਾ ਕੋਈ ਜਿਸ ਤਰੀਕੇ ਨਾਲ ਖਬਰਾਂ ਨੇ ਕਿ ਬੜੇ ਵੀਜ਼ਾਸ ਘੱਟ ਗਏ, ਦਾ ਕੁਝ ਨਹੀਂ ਹੈ। ਅਗਰ ਤੁਸੀਂ ਅੰਕੜੇ ਵੇਖੋਗੇ, ਸਟੈਟਸ ਵੇਖੋਗੇ, ਕੈਨੇਡਾ 1 ਸਾਲ ਦੇ ਵਿੱਚ ਲਗਭਗ 1.25 ਤੋਂ 1.5 ਲੱਖ ਸਟੂਡੈਂਟ ਜਾਂਦਾ ਆ ਔਰ ਯੈਸ ਉਸੇ ਕੋਟੇ ਦੇ ਮੁਤਾਬਕ ਹੀ ਅਸੀਂ ਚੱਲ ਰਹੇ ਹਾਂ। ਜਿਹੜੀ ਨੰਬਰ ਆਫ ਐਪਲੀਕੇਸ਼ਨਸ ਦੀ ਤਾਦਾਦ ਵਧੀ ਹੋਈ ਹੈ, ਯੈਸ ਉਹ ਇੱਕ ਕਾਰਨ ਜ਼ਰੂਰ ਆ। ਔਰ ਹਾਲੇ ਪਰਸੋਂ ਹੀ ਸਾਡੇ ਇੱਕ ਅਕਾਊਂਟਸ ਵਿੱਚ 44 ਨੰਬਰਾਂ ਦੇ ਉੱਪਰ ਵੀਜ਼ਾ ਆਇਆ। ਸੋ ਹਾਲੇ ਵੀ ਜਿੱਦਾਂ ਅਸੀਂ ਕਹੀਏ ਕਿ ਕੁਝ ਚੀਜ਼ਾਂ ਬਿਲਕੁਲ ਹੀ ਪੋਸੀਬਲ ਨਹੀਂ ਸੀ, ਉਹ ਲਗਾਤਾਰ ਜਿਸ ਤਰੀਕੇ ਦਾ ਰਿਜ਼ਲਟ ਪਹਿਲਾਂ ਸੀ ਉਸੇ ਤਰੀਕੇ ਦਾ ਰਿਜ਼ਲਟ ਕੰਟੀਨਿਊਸਲੀ ਮਿਲ ਰਹੇ ਆ। ਔਰ ਕੋਈ ਵੀ ਸਟੂਡੈਂਟਸ ਨੂੰ ਇਸ ਤਰੀਕੇ ਦੇ ਭਰਮ ਭੁਲੇਖੇ 'ਚ ਨਹੀਂ ਹੋਣਾ ਚਾਹੀਦਾ ਕਿ ਸ਼ਾਇਦ ਇਹ ਬੰਦ ਹੋ ਗਿਆ, ਇਹਨੂੰ ਤਾਲਾ ਲੱਗ ਗਿਆ, ਜੇ ਕਿਸੇ ਨੇ ਕਹਿਤਾ ਤੇ ਇਹ ਗਾਂ ਰੁਕ ਗਿਆ ਔਰ ਇਹਦੇ 'ਚ ਅਗਲੀ ਕੋਈ ਕਾਰਵਾਈ ਨਹੀਂ ਹੋ ਸਕਦੀ। ਸੋ ਇਹ ਸਭ ਇੱਦਾਂ ਦੀਆਂ ਖਬਰਾਂ ਨੇ, ਇਹਨਾਂ ਦੇ ਕੋਈ ਯਕੀਨ ਕਰਨ ਵਾਲੀ ਗੱਲ ਨਹੀਂ ਹੈ। ਸੋ ਸਾਡਾ ਇੱਕ ਐਨੂਅਲ ਕੋਟਾ ਆ, ਜਿੰਨੇ ਸਾਨੂੰ ਸਾਲ ਭਰ ਦੇ ਵਿੱਚ ਵੀਜ਼ਾਸ ਮਿਲਦੇ ਆ ਉਨੇ ਹੀ ਵੀਜ਼ਾ ਸਾਡੇ ਇਸ ਸਾਲ ਵੀ ਇਸ਼ੂ ਨੇ। ਪਿਛਲੇ ਸਾਲ ਵੀ ਸਾਨੂੰ ਉਨੇ ਹੀ ਵੀਜ਼ਾਸ ਮਿਲੇ ਨੇ। ਸੋ ਕਾਲਸ ਦਾ ਸ਼ੁਰੂਆਤ ਕਰ ਲੈਣੇ ਸਿੰਘ ਸਾਹਿਬ ਨਾਲ ਦੀ ਨਾਲ ਹੀ। ਨਾਲ ਕਾਲ ਵੀ ਜ਼ਰੂਰੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਰ ਜੀ ਸਰ, ਐਕਚੁਅਲੀ ਤੁਹਾਡਾ ਲਾਈਵ ਸ਼ੋਅ ਦੇਖ ਰਹੇ ਸੀ ਕਿ ਯੂਕੇ ਦੀ ਪ੍ਰੋਫਾਈਲ ਕਨਫਰਮ ਕਰਨੀ ਸੀ। ਜੀ ਪੁੱਛੋ ਮੈਡਮ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ +2 ਕੀਤੀ ਹੈ 2018 ਦੇ ਵਿੱਚ। ਅੱਛਾ ਜੀ। ਤੇ ਮੈਂ ਉਸ ਤੋਂ ਬਾਅਦ ਮੇਰਾ ਗੈਪ ਰਿਹਾ ਤੇ ਮੈਂ ਆਇਲਸ ਕੀਤੀ ਆ, ਮੇਰੇ 6 ਸਕੋਰ ਨੇ। ਮੇਰਾ ਯੂਕੇ ਹੋ ਜਾਏਗਾ ਸਰ? ਯੂਕੇ ਨੂੰ 3-4 ਸਾਲ ਦਾ ਗੈਪ ਦੀ ਜਸਟੀਫਿਕੇਸ਼ਨ ਸੌਖੀ ਮਿਲ ਜਾਂਦੀ ਹੈ, ਬਟ ਜਿਹੜਾ ਸਭ ਤੋਂ ਵੱਡਾ ਕੰਸਰਨ ਹੈ ਉਹ ਹੈ ਕਿ ਕੁਝ ਯੂਨੀਵਰਸਿਟੀਜ਼ ਵੱਲੋਂ ਜੈਨ ਦੀ ਇਨਟੇਕ ਆਲਮੋਸਟ ਕਲੋਜ਼ ਹੋ ਗਈ ਆ। ਸੋ ਅਗਰ ਤੁਹਾਨੂੰ ਬਹੁਤ ਕੁਇਕਲੀ ਤੁਹਾਨੂੰ ਐਪਲੀਕੇਸ਼ਨਸ ਪਾਉਣੀਆਂ ਪੈਣਗੀਆਂ ਤਾਂ ਕਿ ਤੁਸੀਂ ਆਪਣੇ ਲਈ ਜੈਨ ਜਿਹੜੀ ਆ ਉਹ ਬੁੱਕ ਕਰ ਲਓ। ਔਰ ਕੁਝ ਯੂਨੀਵਰਸਿਟੀ ਦੇ ਅਗਰ ਤੁਹਾਡੇ ਕੋਲ ਫੰਡ ਫਾਈਨਾਂਸ ਰੈਡੀ ਆ ਤਾਂ ਤੁਹਾਡੇ ਕੋਲ ਅਕਤੂਬਰ ਦੇ ਵਿੱਚ ਵੀ ਹਾਲੇ ਸਪੇਸ ਹੈਗੀ ਆ। ਸੋ ਬਟ ਜਦੋਂ ਅਸੀਂ ਇਸ ਮਹੀਨੇ ਦੇ ਅਖੀਰ ਤੇ ਜਾਵਾਂਗੇ ਉਦੋਂ ਤੱਕ ਤਕਰੀਬਨ ਜਿਹੜੀ ਯੂਨੀਵਰਸਿਟੀਜ਼ ਦਾ ਕੋਟਾ ਪੂਰਾ ਹੋਣ ਵਾਲਾ ਆ। ਸੋ ਸਾਡੇ ਕੋਲ ਕੰਟੀਨਿਊਸਲੀ ਇਹ ਸਿਚੁਏਸ਼ਨ ਸਾਰਾ ਸਾਲ ਨਹੀਂ ਰਹਿਣ ਵਾਲੀ ਕਿ ਅਸੀਂ ਅਗੇ ਨਵੰਬਰ 'ਚ ਜਾ ਕੇ ਫਾਈਲ ਕਰਾਂਗੇ ਤਾਂ ਸਾਡੇ ਕੋਲ ਜਨਵਰੀ ਦੀ ਮਿਲ ਜਾਏਗੀ, ਪੋਸੀਬਲ ਨਹੀਂ ਰਹਿਣਾ। ਓਕੇ, ਤੇ ਸਰ ਤੁਹਾਡਾ ਆਫਿਸ ਕਿੱਥੇ ਹੈ? ਅਗਰ ਤੁਹਾਡੇ ਆਫਿਸ ਆਣਾ ਹੋਵੇ ਤੁਸੀਂ ਜਲੰਧਰ ਆਫਿਸ ਆ ਸਕਦੇ ਹੋ। ਸੋ ਜਲੰਧਰ ਡਿਫੈਂਸ ਕਲੋਨੀ ਆਫਿਸ ਹੈ। ਉਸ ਤੋਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟ WhatsApp ਕਰ ਦਿਓ ਤਾਂ ਕਿ ਤੁਹਾਡੇ ਡਾਕੂਮੈਂਟਸ ਨੂੰ ਹੀ ਰਿਵਿਊ ਕਰਕੇ ਅਸੀਂ ਪਹਿਲਾਂ ਦੱਸ ਸਕੀਏ ਕਿ ਤੁਹਾਡੇ ਆਉਣ ਦਾ ਫਾਇਦਾ ਨਹੀਂ ਹੈਗਾ ਜਾਂ ਆਉਣ ਦਾ ਫਾਇਦਾ ਆਇਆ ਤੁਹਾਨੂੰ। ਸੋ ਤੁਹਾਡੇ ਕੇਸਿਸ ਜਿਨ੍ਹਾਂ ਨੇ ਵੀ ਆਪਣੇ ਡਾਕੂਮੈਂਟ ਭੇਜਣੇ, ਪਹਿਲਾਂ ਡਾਕੂਮੈਂਟ ਭੇਜ ਕੇ ਆਪਣਾ ਰਿਵਿਊ ਲੈ ਲਓ। ਵਨਸ ਵੀ ਅਪਰੂਵ ਉਸ ਤੋਂ ਬਾਅਦ ਤੁਸੀਂ ਆਫਿਸ ਵਿਜ਼ਿਟ ਕਰੋ। ਓਕੇ ਸਰ, ਓਕੇ, ਥੈਂਕ ਯੂ। ਓਕੇ, ਸ਼ੁਕਰੀਆ ਜੀ। ਤਾਂ ਰਵਿੰਦਰ ਜੀ, ਜਿਵੇਂ ਹੁਣ ਤੁਸੀਂ ਕਿਹਾ ਵੀ ਹੁਣ ਜਿਹੜਾ ਯੂਕੇ ਨੂੰ ਇਹਨਾਂ ਨੇ ਕਿਹਾ ਸੀ ਕਿ ਅਪਲਾਈ ਕਰਨਾ, ਪਰ ਯੂਕੇ ਦੇ ਬਹੁਤ ਘੱਟ ਯੂਨੀਵਰਸਿਟੀਜ਼ ਰਹਿ ਗਈਆਂ ਨੇ ਜਿਨ੍ਹਾਂ ਦੇ ਮਤਲਬ ਕਹਿ ਲਓ ਵੀ ਅਕਤੂਬਰ ਇਨਟੇਕ ਹੈਗਾ ਜਾਂ ਜਨਵਰੀ ਇਨਟੇਕ ਹੈਗਾ। ਤੇ ਹੁਣ ਜਿਹੜੇ ਮੰਨ ਲਓ ਜਿਨ੍ਹਾਂ ਦੀਆਂ ਫਾਈਲਸ ਲੱਗੀਆਂ ਨੇ ਬਟ ਅਜੇ ਰਿਜ਼ਲਟ ਨਹੀਂ ਆਏ ਉਹਨਾਂ ਦੇ, ਚਾਹੇ ਕਿਸੇ ਦਾ ਸਤੰਬਰ ਇਨਟੇਕ ਸੀ, ਚਾਹੇ ਕਿਸੇ ਦੀ ਅਨਕੰਡੀਸ਼ਨਲ ਲੈਟਰ ਰੁਕੀ ਰਹਿ ਗਈ ਜਾਂ ਕਿਸੇ ਦੀ ਹੋਰ ਕੋਈ ਲੈਟਰ ਰੁਕੀ ਰਹਿ ਗਈ, ਕੀ ਉਹ ਬੱਚੇ ਕੀ ਸੋਚਣ, ਕੀ ਉਹਨਾਂ ਦਾ ਪੋਸੀਬਲ ਹੈਗਾ ਜਾਂ ਨਹੀਂ? ਜੀ ਸਿੰਘ ਸਾਹਿਬ, ਆਪਾਂ ਕਾਲ ਤੋਂ ਬਾਅਦ ਇਹਦੇ ਉੱਪਰ ਚਰਚਾ ਜਾਰੀ ਰੱਖਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸਵਾਗਤ ਇੱਕ ਕੁਐਰੀ ਸੀ, ਤੁਹਾਡਾ ਸ਼ੋਅ ਦੇਖ ਰਹੇ ਸੀ। ਜੀ ਸਵਾਗਤ ਹੈ ਪ੍ਰੋਗਰਾਮ 'ਚ। ਹੁਕਮ ਕਰੋ, ਕੀ ਜਾਣਕਾਰੀ ਚਾਹੀਦੀ? ਹਾਂਜੀ ਸਰ, ਕੈਨੇਡਾ ਸਟੱਡੀ ਵੀਜ਼ਾ ਦਾ ਪੁੱਛਣਾ ਸੀ। ਕੀ ਪ੍ਰੋਫਾਈਲ ਕੀ ਤੁਹਾਡਾ ਵੀਰੇ?
ਸਰ ਮੇਰੇ +2 ਹੈਗੀ 2020। ਅੱਛਾ ਜੀ, ਠੀਕ ਹੈ। ਹਾਂਜੀ ਸਰ, ਉਹਦੇ ਵਿੱਚ ਔਰ ਆਇਲਸ ਕੀਤੀ ਹੋਈ ਹੈ ਸਰ। ਮੈਂ ਆਇਲਸ ਮੇਰੇ ਓਵਰऑल मतलब कि 3 ਮੋਡਿਊਲ ਚ 6.51, 1 ਮੋਡਿਊਲ ਚ 5.5 ਰਹਿ ਗਏ। ਠੀਕ ਹੈ, ਪੋਸੀਬਲ ਹੈ। ਹੋ ਜਾਏਗਾ ਸਰ ਇਹ ਕੈਨੇਡਾ ਦਾ? ਹਾਂ ਦੇਖੋ, ਕੈਨੇਡਾ ਦੇ ਵਿੱਚ ਹਾਲੇ ਇੱਕ ਤਾਂ ਅਸੀਂ ਤਬਕਾ ਪਹਿਲਾਂ ਸੁਣਿਆ ਕਿ ਕੈਨੇਡਾ ਦੇ ਜਿਹੜੇ ਪ੍ਰੋਫਾਈਲਸ ਆ ਥਰੂ ਨਹੀਂ ਹੁੰਦੇ, ਰਾਈਟ। ਔਰ ਇਹ ਮਾਰਕੀਟਿੰਗ ਬੜੀ ਦੇਰ ਤੋਂ ਚੱਲ ਰਹੀ ਹੈ, ਔਰ ਇਦਾਂ ਦੀਆਂ ਮਾਰਕੀਟਿੰਗ ਕਈ ਵਾਰੀ ਚੱਲੀਆਂ ਨੇ। ਜਦੋਂ ਪਿੱਛੇ ਆਸਟ੍ਰੇਲੀਆ ਬੰਦ ਕਰਕੇ ਯੂਕੇ ਸ਼ੁਰੂ ਹੋਇਆ, ਯੂਕੇ ਬੰਦ ਕਰਕੇ ਜਦੋਂ ਕੈਨੇਡਾ ਨੂੰ ਸ਼ੁਰੂ ਕੀਤਾ ਗਿਆ। ਸੋ ਜਦੋਂ ਵੀ ਕੋਈ ਨਵਾਂ ਕੰਟਰੀ ਸ਼ੁਰੂ ਹੁੰਦਾ, ਇੱਕ ਕੰਟਰੀ ਨੂੰ ਥੋੜਾ ਬਹੁਤ ਬੈਡ ਮਾਰਕੀਟਿੰਗ ਦਾ ਜਿਹੜਾ ਸਾਹਮਣਾ ਕਰਨਾ ਹੀ ਪੈਂਦਾ ਆ। ਔਰ ਪਿੱਛੇ ਅਸੀਂ ਸੁਣਿਆ ਸੀ 60% ਤੋਂ ਥੱਲੇ ਸਟੂਡੈਂਟਸ ਦੇ ਵੀਜ਼ਾਸ ਨਹੀਂ ਆਉਂਦੇ। ਸਾਡੇ ਕੋਲ ਖੁਦ 44-45% ਵਾਲੇ ਬੱਚਿਆਂ ਦੇ ਵੀਜ਼ਾਸ ਨੇ। ਸੋ ਪੋਸੀਬਲ ਹੈ, ਤੁਸੀਂ ਪਾ ਸਕਦੇ ਹੋ ਐਪਲੀਕੇਸ਼ਨ, ਕੋਈ ਦਿੱਕਤ ਨਹੀਂ ਹੈ। ਠੀਕ ਹੈ ਸਰ। ਠੀਕ ਹੈ ਜੀ। ਸੋ ਆਪਣੇ ਡਾਕੂਮੈਂਟ ਭੇਜੋ, ਉਸ ਤੋਂ ਬਾਅਦ ਆਪਾਂ ਦੇਖ ਕੇ ਅਸੈਸ ਕਰ ਲੈਂਦੇ ਜੀ। ਠੀਕ ਹੈ ਸਰ। ਓਕੇ, ਸ਼ੁਕਰੀਆ। ਯੂਕੇ ਦੇ ਵਿੱਚ ਐਪਲੀਕੇਸ਼ਨਸ ਦਾ ਜਿਹੜਾ ਰਸ਼ ਆ ਇਸ ਟਾਈਮ ਕਾਫੀ ਆ। ਸੋ ਯੂਕੇ ਦੇ ਵਿੱਚ ਰਸ਼ ਦਾ ਕਾਰਨ ਹੈ ਕਿ ਜਿਹੜੀਆਂ ਐਪਲੀਕੇਸ਼ਨਸ ਨੂੰ ਡਿਲੇ ਮਿਲ ਰਹੀ ਹੈ, ਔਰ ਇੱਥੋਂ ਤੱਕ ਕਿ ਪ੍ਰਾਇੋਰਟੀ ਸਰਵਿਸਿਜ਼ ਵੀ ਬਹੁਤ ਸਾਰਾ ਸਮਾਂ ਬੰਦ ਰਹਿੰਦੀਆਂ ਨੇ। ਸੋ ਜ਼ਿਆਦਾਤਰ ਸਟੂਡੈਂਟਸ ਨੂੰ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਦਾ ਸਾਹਮਣਾ ਨਾਰਮਲ ਐਪਲੀਕੇਸ਼ਨ ਦੇ ਵਿੱਚ ਕਰਨਾ ਪਊਗਾ, ਨਾ ਕਿ ਪ੍ਰਾਇੋਰਟੀ ਦੇ ਉੱਪਰ। ਬਿਕੋਜ਼ ਪ੍ਰਾਇੋਰਟੀ ਪਹਿਲਾਂ ਵਾਂਗੂ ਯਕੀਨੀ ਨਹੀਂ ਹੈ ਕਿ ਇਹ ਓਪਨ ਰਵੇ। ਜਿਨ੍ਹਾਂ ਨੂੰ ਨਹੀਂ ਪਤਾ, ਪ੍ਰਾਇੋਰਟੀ ਦਾ ਮਤਲਬ ਹੈ ਕਿ ਤੁਸੀਂ ਆਪਣਾ ਵੱਧ ਪੈਸੇ ਦੇ ਕੇ ਆਪਣਾ ਰਿਜ਼ਲਟ ਜਲਦੀ ਲੈ ਸਕਦੇ ਹੋ ਐਮਬੈਸੀ ਤੋਂ, ਪਰ ਪਿੱਛੇ ਕੁਝ ਸਮੇਂ ਤੋਂ ਇਹ ਬੰਦ ਸਰਵਿਸ ਪਈ ਹੈ। ਸੋ ਇਸ ਕਰਕੇ ਤੁਹਾਨੂੰ ਇਸ ਤਰੀਕੇ ਨਾਲ ਸੋਚਣਾ ਹੈ ਕਿ ਐਮਬੈਸੀ ਨੂੰ ਵੀ ਲਗਭਗ 1.25 ਮਹੀਨਾ ਪ੍ਰੋਸੈਸਿੰਗ ਨੂੰ ਚਾਹੀਦਾ ਹੁੰਦਾ ਹੈ। ਸੋ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਨੇ ਉਹਨਾਂ ਦਾ ਰਿਜ਼ਲਟ ਟਾਈਮਲੀ ਆ ਜਾਣਗੇ। ਸੋ ਸਟੂਡੈਂਟਸ ਨੂੰ ਪ੍ਰਾਇੋਰਟੀ ਹੈ ਯੂਕੇ ਦੇ ਵਿੱਚ ਵੀ। ਪਰ ਜਿਹੜੀ ਸਮਝਣ ਵਾਲੀ ਚੀਜ਼ ਹੈ, ਯੂਕੇ ਦੇ ਵਿੱਚ ਇਸ ਟਾਈਮ ਕੁਆਂਟੀਟੇਟਿਵ ਰਸ਼ ਜ਼ਿਆਦਾ ਆ। ਸੋ ਯੂਕੇ ਦੇ ਵਿੱਚ ਖੈਰ ਸਟੂਡੈਂਟਸ ਨੂੰ ਬੜਾ ਪਤਾ ਲੱਗੇ ਨਹੀਂ ਲੱਗੇ, ਬਿਕੋਜ਼ ਹਮੇਸ਼ਾ ਕੈਨੇਡਾ ਦਾ ਰਸ਼ ਹੀ ਸਾਨੂੰ ਸਭ ਨੂੰ ਦੱਸਿਆ ਹੈ। ਯੂਕੇ ਦੇ ਵਿੱਚ ਕੈਨੇਡਾ ਦਾ ਡ੍ਰੌਪ ਆਊਟ ਜਿਹੜਾ ਸਟੂਡੈਂਟ ਆ ਉਹ ਸਾਰਾ ਯੂਕੇ ਦੇ ਵਿੱਚ ਬੁੱਕ ਹੋਇਆ ਪਿਆ। ਸੋ ਯੂਕੇ ਇੱਕ ਐਸਾ ਡੈਸਟੀਨੇਸ਼ਨ ਹੈ ਇਸ ਸਮੇਂ ਦੇ ਵਿੱਚ ਕਿ ਜਿਹਦੇ ਵਿੱਚ ਸਟੂਡੈਂਟਸ ਦੇ ਮੈਕਸਿਮਮ ਐਪਲੀਕੇਸ਼ਨਸ ਫਾਈਲ ਹੋਈਆਂ ਨੇ। ਔਰ ਇਸੇ ਕਰਕੇ ਹੀ ਸੈਪਟੰਬਰ ਕਲੋਜ਼ ਹੋ ਗਿਆ, ਜਨਵਰੀ ਵੀ ਕਈ ਯੂਨੀਵਰਸਿਟੀਜ਼ ਦੇ 2-3 ਯੂਨੀਵਰਸਿਟੀਜ਼ ਦਾ ਜਨ ਵੀ ਕਲੋਜ਼ ਹੋ ਗਿਆ ਆ। ਸੋ ਇਸ ਕਰਕੇ ਤੁਹਾਨੂੰ ਐਪਲੀਕੇਸ਼ਨਸ ਨੂੰ ਪ੍ਰਾਇੋਰਟਾਈਜ਼ ਕਰਨਾ ਪਊਗਾ, ਤੁਹਾਨੂੰ ਇਸ ਹਿਸਾਬ ਨਾਲ ਚੱਲਣਾ ਪਊਗਾ ਕਿ ਤੁਸੀਂ ਆਪਣਾ ਟਾਈਮਲੀ ਵੀਜ਼ਾ ਪਾ ਸਕੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ। ਹਾਂਜੀ, ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ। ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਨਾ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਸੀ ਜੀ ਕੈਨੇਡਾ ਰਿਗਾਰਡਿੰਗ। ਹਾਂਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਹਾਂਜੀ ਸਰ, ਮੈਂ +2 ਕੀਤੀ ਹੋਈ ਹੈ ਜੀ 2021 ਦੇ ਵਿੱਚ। ਜੀ ਜੀ। ਹਾਂਜੀ ਸਰ, 65% ਨੇ ਜੀ। ਓਕੇ। ਹਾਂਜੀ ਤੇ ਸਰ ਆਇਲਸ ਦਾ ਸਕੋਰ ਹੈਗਾ ਓਵਰऑल 6.561 ਨੇ ਜੀ। ਠੀਕ ਹੈ, ਬਹੁਤ ਅੱਛਾ, ਗੁੱਡ ਹੈ। ਹਾਂਜੀ, ਤੇ ਹੋ ਜਾਏਗਾ ਤੇ ਕੈਨੇਡਾ ਦੇ ਲਈ ਅਪਲਾਈ? ਬਿਲਕੁਲ ਹੋ ਜਾਏਗਾ, ਕੈਨੇਡਾ 'ਚ ਕੋਈ ਦਿੱਕਤ ਨਹੀਂ ਹੈ। ਕੈਨੇਡਾ 'ਚ ਵੀਜ਼ਾਸ ਰੈਗੂਲਰਲੀ ਆ ਰਹੇ ਆ ਔਰ ਐਪਲੀਕੇਸ਼ਨਸ ਲਗਾਤਾਰ ਜਿਹੜੀਆਂ ਸਕਸੈਸ ਹਾਸਲ ਕਰ ਰਹੀਆਂ ਨੇ। ਠੀਕ ਹੈ ਸਰ, ਠੀਕ ਹੈ ਜੀ। ਤੇ ਸਰ ਕਿਤੇ ਪੇਮੈਂਟ ਵਗੈਰਾ ਕਿਦਾਂ ਆਫਟਰ ਵੀਜ਼ਾ ਵਗੈਰਾ ਰਹੇਗੀ ਜੀ? ਯੈਸ, ਤੁਸੀਂ ਅਗਰ ਚਾਹੁੰਦੇ ਹੋ ਤੁਸੀਂ ਪੈਕੇजेस ਵਿੱਚ ਜਾ ਸਕਦੇ ਹੋ। ਸੋ ਤੁਸੀਂ ਉਹ तमाम ਚੀਜ਼ਾਂ, ਉਹ तमाम ਸਰਵਿਸਿਜ਼ ਕਿਸੇ ਵੀ ਕੰਟਰੀ ਵਿੱਚ ਤੁਸੀਂ ਅਗਰ ਪੈਸੇ ਬਾਅਦ 'ਚ ਪੇ ਕਰਨਾ ਚਾਹੁੰਦੇ ਹੋ ਤਾਂ ਰਾਇਲ ਟਰੈਵਲ ਸਾਰੀਆਂ ਸਰਵਿਸਿਜ਼ ਦਿੰਦਾ ਹੈ। ਹਾਲਾਂਕਿ ਅਗਰ ਤੁਸੀਂ ਨਾਰਮਲ ਤਰੀਕੇ ਨਾਲ ਪ੍ਰੋਸੈਸਿੰਗ ਕਰਨੀ ਚਾਹੁੰਦੇ ਹੋ ਉਹ ਵੀ ਹੈ, ਔਰ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਸਮਝਾ ਸਕਦੇ ਹਾਂ ਕਿ ਤੁਹਾਨੂੰ ਕਿਹੜੀ ਐਪਲੀਕੇਸ਼ਨ 'ਚ ਕਿਸ ਤਰੀਕੇ ਨਾਲ ਕਾਸਟਿੰਗ ਹੋਏਗੀ। ਓਕੇ, ਠੀਕ ਹੈ ਸਰ, ਠੀਕ ਹੈ ਸਰ। ਆਪਣੇ ਆਫਿਸ ਕਿਹੜੀ ਵਾਲੀ ਸਾਈਡ ਨੇ ਜੀ? ਤੁਹਾਨੂੰ ਜਲੰਧਰ ਆਫਿਸ ਹੈ, ਸੁਲਤਾਨਪੁਰ ਲੋਧੀ ਆਫਿਸ ਹੈ। ਸੋ ਤੁਸੀਂ ਦੋਨੋਂ ਆਫਿਸ ਦੇ ਵਿੱਚ ਹੈਲਪਲਾਈਨ ਹੈ, ਦੋਨੋਂ ਆਫਿਸ ਦਾ ਕਾਮਨ ਹੈਲਪਲਾਈਨ ਹੈ। ਸੋ ਇਸ ਨੰਬਰ ਤੇ ਉੱਪਰ ਕਾਲ ਕਰਕੇ ਤੁਸੀਂ ਅਪਾਇੰਟਮੈਂਟਸ ਲੈ ਸਕਦੇ ਹੋ। ਠੀਕ ਹੈ ਜੀ, ਠੀਕ ਹੈ। ਓਕੇ, ਥੈਂਕ ਯੂ ਜੀ। ਓਕੇ, ਸ਼ੁਕਰੀਆ ਜੀ। ਹੈਲੋ ਹੈਲੋ। ਜੀ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਤੁਹਾਡਾ ਲਾਈਵ ਦੇ ਰਿਹਾ ਸੀ ਪੀਟੀਸੀ ਤੇ। ਜੀ ਜੀ, ਹੁਕਮ ਕਰੋ। ਸਰ ਪ੍ਰੋਫਾਈਲ ਡਿਸਕਸ ਕਰਨੀ ਸਰ ਮੈਂ ਆਪਣੀ। ਜੀ ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਹਾਂਜੀ ਸਰ, ਮੈਂ +2 ਕੀਤੀ 2017 ਚ। ਅੱਛਾ ਜੀ, 60% ਆ ਸਰ ਮੇਰੇ। ਹਾਂਜੀ, ਠੀਕ ਹੈ ਜੀ। 60% ਆ। ਦੈਨ ਮੈਂ ਬੀਕਾਮ ਕੀਤੀ ਆ 2020 ਓਕੇ, ਠੀਕ ਹੈ। 2020 ਚ 70% ਸਰ। ਠੀਕ ਹੈ ਜੀ। ਸਰ ਮੈਂ ਯੂਕੇ ਦਾ ਪੁੱਛਣਾ ਸੀ, ਮਾਸਟਰ ਲਈ ਲੈਣਾ ਸੀ ਸਰ ਅੱਗੇ। ਠੀਕ ਹੈ। ਲੈਣਾ ਸੀ, ਬਿਜ਼ਨਸ ਕੀਤੀ ਹੋਈ ਆ। ਠੀਕ ਹੈ, ਮਾਸਟਰਸ ਹੋ ਸਕਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਕਿ ਯੂਕੇ ਦੇ ਵਿੱਚ ਜੀ ਜੀ ਹੈਗੇ ਆ 6 ਓਵਰਆਲ, ਇੱਕ ਤੇ ਹੈਗੇ ਮੇਰੇ 5.5। ਐਕਸੀਲੈਂਟ ਹੈ, ਕੋਈ ਦਿੱਕਤ ਨਹੀਂ ਹੈ। ਸੋ 6 ਦੇ ਉੱਪਰ ਬੜੇ ਆਰਾਮ ਨਾਲ ਤੁਹਾਡਾ ਮਾਸਟਰਸ ਦਾ ਕੇਸ ਅਪਲਾਈ ਹੋ ਸਕਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਯੂਕੇ ਤੁਹਾਨੂੰ ਸਿਰਫ 1 ਸਾਲ ਦੀ ਪੜ੍ਹਾਈ ਨਾਲ 2 ਸਾਲ ਦਾ ਪਰਮਿਟ ਹੈ। ਔਰ ਠੀਕ ਹੈ ਸਰ। ਔਰ ਪੀਆਰ ਇੱਥੇ ਪੋਸੀਬਲ ਹੈ। ਇਨਰ ਲੰਡਨ ਮਿਲ ਜੂਗੀ ਸਰ ਯੂਨੀਵਰਸਿਟੀ ਕੋਈ? ਮਿਲ ਸਕਦੀ, ਬਿਲਕੁਲ ਮਿਲ ਸਕਦੀ, ਕੋਈ ਦਿੱਕਤ ਨਹੀਂ ਹੈ। ਠੀਕ ਹੈ ਸਰ। ਸਰ ਤੁਹਾਨੂੰ ਆਫਿਸ 'ਚ ਮੈਂ ਵਿਜ਼ਿਟ ਕਰਨਾ ਤਾਂ ਤੁਹਾਨੂੰ ਤੁਸੀਂ ਕਿਸ ਦਿਨ ਅਵੇਲੇਬਲ ਹੋਣੇ? ਮੈਂ 5 ਦਿਨ ਤਕਰੀਬਨ ਮੰਡੇ ਟੂ ਫਰਾਈਡੇ ਮੈਂ ਆਫਿਸ ਜਲੰਧਰ ਆਫਿਸ ਦੇ ਵਿੱਚ ਹੁਣਾ, ਸੈਟਰਡੇ ਮੈਂ ਸੁਲਤਾਨਪੁਰ ਲੋਧੀ ਆਫਿਸ ਦੇ ਵਿੱਚ ਹੁਣਾ।
ਔਰ ਮੈਂ ਹਮੇਸ਼ਾ ਆਫਿਸ ਦੇ ਵਿੱਚ ਹੀ ਹੁੰਦਾ, ਮਤਲਬ ਕਾਉਂਸਲਿੰਗ ਦੇ ਵਿੱਚ ਵੀ ਤੁਹਾਨੂੰ ਤੁਸੀਂ ਮੈਨੂੰ ਆਰਾਮ ਨਾਲ ਮਿਲ ਸਕਦੇ ਹੋ। ਸੋ ਇੱਥੇ ਕੋਈ ਬਹੁਤ ਜ਼ਿਆਦਾ ਤੁਹਾਨੂੰ ਲਾਈਕ ਇਹ ਨਹੀਂ ਕਿ ਅਪਾਇੰਟਮੈਂਟਸ ਲੈ ਕੇ ਤਾਂ ਗਾਂ ਜਿਹੜਾ ਕੰਸਰਨਡ ਬੰਦਾ ਮਿਲਦਾ ਨਹੀਂ ਹੈ। ਸੋ ਵੀ ਆਰ ਅ ਸਮਾਲ ਐਂਡ ਸਪੈਸ਼ਲਾਈਜ਼ਡ ਕੰਪਨੀ, ਅਸੀਂ ਫਾਈਲਿੰਗ ਆਪ ਕਰਦੇ ਹਾਂ। ਸੋ ਇਸ ਕਰਕੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਖੁਦ ਐਡਰੈਸ ਕਰਦੇ ਹਾਂ। ਠੀਕ ਹੈ ਸਰ। ਠੀਕ ਹੈ। ਸੋ ਓਕੇ, ਸ਼ੁਕਰੀਆ ਜੀ ਕਾਲ ਕਰਨ ਲਈ। ਸਿੰਘ ਸਾਹਿਬ ਕਾਲਸ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਜੀ ਹੁਕਮ ਕਰੋ, ਕੀ ਜਾਣਕਾਰੀ ਚਾਹੀਦੀ? ਸਰ ਮੈਂ ਯੂਐਸਏ ਸਟੱਡੀ ਵੀਜ਼ਾ ਰਿਗਾਰਡਿੰਗ ਕਨਫਰਮ ਕਰਨਾ ਸੀ ਜੀ। ਕਿੰਨੀ ਪੜ੍ਹਾਈ ਕਰ ਰੱਖੀ ਤੁਸੀਂ ਪਹਿਲਾਂ? ਸਰ +2 ਕੀਤੀ ਹੋਈ ਹੈ ਜੀ 2017 ਦੇ ਵਿੱਚ। ਓਕੇ, ਠੀਕ ਹੈ। 70% ਨੇ। Okay. ਇੰਗਲਿਸ਼ ਦੇ ਵਿੱਚ ਸਰ 65% ਤੱਕ ਸੀਗੇ। ਤੁਹਾਡੀ ਸਪੀਕਿੰਗ ਇੰਗਲਿਸ਼ ਦੀ ਸਪੋਕਨ ਲੈਂਗੁਏਜ ਕਿੱਦਾਂ ਦੀ, ਕਮਾਂਡ ਕਿੱਦਾਂ ਦੀ ਹੈ? ਸੌਰੀ ਤੁਹਾਡੀ ਕਮਿਊਨੀਕੇਸ਼ਨ ਦੀ ਕਮਾਂਡ ਕਿਸ ਤਰੀਕੇ ਦੀ ਹੈ ਸਪੋਕਨ ਲੈਂਗੁਏਜ ਦੀ? ਸਰ ਐਕਚੁਅਲੀ ਨਾ ਮੈਂ ਆਪਣੀ ਵੈਸੇ ਸਟੱਡੀ +2 ਨਰਸਿੰਗ ਹੈ ਤੇ ਉਸ ਤੋਂ ਬਾਅਦ ਮੈਂ 1 ਈਅਰ ਦਾ ਡਿਪਲੋਮਾ ਕੀਤਾ ਹੋਇਆ ਹੈ ਕੰਪਿਊਟਰ ਦਾ। ਅੱਛਾ ਜੀ। ਸੋ ਤੁਹਾਡਾ ਪ੍ਰੋਫਾਈਲ ਪ੍ਰੀ ਸੀ ਐਂਡ ਆਇਲਸ ਕੀਤੀ ਹੋਈ ਹੈ। 6.5 ਨੇ, ਨਾਟ ਲੈਸ ਦੈਨ 5.5 ਤੇ 1 ਮੋਡਿਊਲ ਸਪੀਕਿੰਗ ਦੇ। ਦੈਟਸ ਐਕਸੀਲੈਂਟ। ਇਹੋ ਜਿਹੇ ਪ੍ਰੋਫਾਈਲਸ ਯੂਐਸ ਵਿੱਚ ਬਹੁਤ ਸ਼ਾਨਦਾਰ ਵੀਜ਼ਾਸ ਲੈਂਦੇ ਨੇ। ਯੂਐਸ ਵਿੱਚ ਸਿਰਫ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜਿਹੜਾ ਸਟੂਡੈਂਟ ਇੰਗਲਿਸ਼ ਬੋਲ ਸਕਦਾ ਆ ਉਹ ਵੀਜ਼ਾ ਲੈ ਸਕਦਾ ਆ। ਸੋ ਇਸ ਕਰਕੇ ਯੂ ਗਾਟ 6.5। ਸੋ ਇਹਦੇ 'ਚ ਕੋਈ ਦਿੱਕਤ ਨਹੀਂ ਹੋਣ ਲੱਗੀ, ਕੋਈ ਪਰੇਸ਼ਾਨੀ ਨਹੀਂ ਹੋਣ ਲੱਗੀ। ਸੋ ਯੂਐਸ ਦੇ ਵੀਜ਼ਾ ਤੈਨੂੰ ਬੜੇ ਆਰਾਮ ਨਾਲ ਮਿਲ ਜਾਣਗੇ। ਠੀਕ ਹੈ ਸਰ। ਓਕੇ ਸਰ। ਓਕੇ ਜੀ, ਸ਼ੁਕਰੀਆ ਕਾਲ ਕਰਨ ਲਈ। ਤਾਂ ਅਰਵਿੰਦਰ ਜੀ, ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਵੀ ਜਿਵੇਂ ਹੁਣ ਕਿਸੇ ਨੇ ਜੇ ਕਹਿ ਲਓ ਵੀ 2017 ਦੇ ਵਿੱਚ +2 ਕੀਤੀ ਆ ਔਰ ਨੰਬਰ ਹੈਗੇ ਉਹਦੇ 44% ਜਾਂ 47%, ਜੀ ਜੀ, ਮਤਲਬ 50% ਤਾਂ ਆਪਾਂ ਘੱਟ ਲਾ ਲਈਏ, ਜੀ ਜੀ, ਵੀ ਕੀ ਉਹ ਬੰਦਾ ਯੂਕੇ ਲਈ ਅਪਲਾਈ ਕਰ ਸਕਦਾ ਹੈ? ਦੇਖੋ ਯੂਕੇ ਦੇ ਵਿੱਚ ਪਾਰਟਿਕੂਲਰਲੀ ਜਿਹੜੀਆਂ ਯੂਨੀਵਰਸਿਟੀਜ਼ ਆ 50% ਤੋਂ ਥੱਲੇ ਸਟੂਡੈਂਟਸ ਨੂੰ ਬਹੁਤ ਘੱਟ ਲੈਂਦੀਆਂ ਨੇ। ਹਾਂ, ਅਗਰ ਇਹ ਸੇਮ ਕੇਸ ਤੁਸੀਂ ਯੂਐਸ ਦੀ ਗੱਲ ਕਰੋ, ਯੂਐਸ ਵਿੱਚ ਇਹ ਚੀਜ਼ ਪੋਸੀਬਲ ਹੈ। ਔਰ ਯੂਕੇ ਦੇ ਵਿੱਚ ਜਦੋਂ ਤੁਹਾਡਾ ਕੇਸ ਯੂਨੀਵਰਸਿਟੀ ਜਾਂਦਾ, ਯੂਨੀਵਰਸਿਟੀ ਐਡਮਿਸ਼ਨ ਦੇ ਵਿੱਚ ਹੀ ਉਹਦੇ ਸਖਤਾਈ ਹੋ ਜਾਂਦੀ ਹੈ ਐਂਡ ਸਮਟਾਈਮਸ ਸਟੂਡੈਂਟਸ ਨੂੰ ਅਸੈਪਟ ਨਹੀਂ ਕੀਤਾ ਜਾਂਦਾ। ਯੂਐਸ ਦੇ ਵਿੱਚ ਅਗਰ ਤੁਹਾਡੀ ਯੂਨੀਵਰਸਿਟੀ ਅਸੈਪਟ ਹੋ ਗਈ ਤਾਂ ਤੁਹਾਡੀ ਅੰਬੈਸੀ ਨੂੰ ਤੁਹਾਡੇ ਕਾਗਜ਼ ਤੱਕ ਨਹੀਂ ਦਿਸਦੇ। ਸੋ ਇਹ ਬਹੁਤ ਸਾਰੀ ਵਾਰੀ ਸਾਨੂੰ ਇਸ ਤਰੀਕੇ ਨਾਲ ਕਰਨਾ ਪੈਂਦਾ ਕਿ ਤੁਹਾਡੇ ਪ੍ਰੋਫਾਈਲਸ ਜਿਸ ਤਰੀਕੇ ਦੇ ਨੇ ਸਾਨੂੰ ਉਹਦੇ ਅਕੋਰਡਿੰਗ ਤੁਹਾਨੂੰ ਸਲਾਹ ਦੇਣੀ ਪੈਂਦੀ ਕਿ ਤੁਸੀਂ ਕਿਸ ਕੰਟਰੀ ਨੂੰ ਅਪਲਾਈ ਕਰੋ। ਬਿਕੋਜ਼ ਜਿਹੜਾ ਕੰਸਲਟੈਂਟ ਦਾ ਕੰਮ ਆ ਉਹ ਬੇਸਿਕਲੀ ਜੱਜਮੈਂਟ ਦਾ ਕੰਮ ਹੈ ਕਿ ਇਸ ਪ੍ਰੋਫਾਈਲ ਨੂੰ ਬੈਸਟ ਪੋਸੀਬਲ ਵੇ 'ਚ ਅਸੀਂ ਕਿਹੜੇ ਮੁਲਕ ਵਿੱਚ ਕੱਢ ਸਕਦੇ ਹਾਂ। ਔਰ ਯਕੀਨ ਮੰਨੋ, ਤੁਸੀਂ ਸਾਡੇ ਕੋਲ ਆਉਂਦੇ ਹੋ, ਸਾਡੇ ਕੋਲ ਕੰਸਲਟੇਸ਼ਨ ਲਈ ਆਉਂਦੇ ਹੋ, ਗੱਲਬਾਤ ਕਰਨ ਲਈ ਆਉਂਦੇ ਹੋ, ਜਦੋਂ ਤੁਸੀਂ ਸਾਡੇ ਨਾਲ ਅਕ੍ਰੋਸ ਦਾ ਟੇਬਲ ਬੈਠਦੇ ਹੋ, ਤੁਹਾਡਾ ਵੀ ਵੀਜ਼ੇ ਤੋਂ ਬਿਨਾਂ ਨਹੀਂ ਸਰਦਾ ਤੇ ਸਰਦਾ ਸਾਡਾ ਵੀ ਵੀਜ਼ੇ ਤੋਂ ਬਿਨਾਂ ਨਹੀਂ। ਸੋ ਅਸੀਂ ਉਹ ਹਰ ਐਂਗਲ ਵੇਖਦੇ ਹਾਂ ਜਿਹਦੇ ਵਿੱਚ ਤੁਹਾਡੇ ਕੇਸ ਨੂੰ ਵੀਜ਼ਾ ਵਿੱਚ ਕਨਵਰਟ ਕੀਤਾ ਜਾ ਸਕੇ, ਜਾਂ ਤੁਹਾਡੀ ਪ੍ਰੀਵੀਅਸ ਰਿਫਿਊਜ਼ਲ ਹੈ ਉਹਦੇ 'ਚ ਕੀ ਕਮੀਆਂ ਰਹਿ ਗਈਆਂ, ਸੋ ਉਹਨਾਂ ਨੂੰ ਐਡਰੈਸ ਕਰਕੇ ਅਸੀਂ ਉਹਦਾ ਤੋੜ ਕੱਢ ਸਕੀਏ। ਔਰ ਅਗਰ ਮੈਨੂੰ ਇਸ ਇੰਡਸਟਰੀ ਦੇ ਵਿੱਚ 22-23 ਸਾਲ ਹੋ ਗਏ ਨੇ, ਇਹਨਾਂ ਸਾਲਾਂ ਦੇ ਵਿੱਚ ਸਿਰਫ ਇਹੋ ਕੁਛ ਹੀ ਸਾਡੇ ਕੋਲ ਗਿਆਨ ਹੈ ਕਿ ਤੁਹਾਡੀ ਐਪਲੀਕੇਸ਼ਨਸ ਨੂੰ ਸਕਸੈਸ ਵਿੱਚ ਕਿਸ ਤਰੀਕੇ ਨਾਲ ਬਦਲਣਾ ਹੈ। ਬਿਕੋਜ਼ ਬਾਕੀ ਸਭ ਚੀਜ਼ਾਂ ਨਾਰਮਲ ਤਰੀਕੇ ਨਾਲ ਅਸੀਂ ਵੇਖ ਸਕਦੇ ਹੋ, ਹਰ ਕੋਈ ਨਾਰਮਲ ਤਰੀਕੇ ਨਾਲ ਜੱਜ ਕਰ ਸਕਦਾ ਹੈ। ਸੋ ਸਾਨੂੰ ਤੁਹਾਡੀਆਂ ਐਪਲੀਕੇਸ਼ਨਸ ਵੇਖ ਕੇ ਸ਼ੁਰੂ ਦੇ ਵਿੱਚ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਕਿਸ ਪਾਸੇ ਫਸੇਗੀ ਔਰ ਕਿਸ ਪਾਸੇ ਨਿਕਲੇਗੀ। ਸੋ ਉਸੇ ਚੀਜ਼ ਦੇ ਉੱਪਰ ਹੀ, ਉਸੇ ਚੀਜ਼ ਦੀ ਮਿਹਨਤ ਦੇ ਸਦਕਾ ਸੋ ਸਾਡੀ ਜਿਹੜੀ ਟੀਮ ਹੈ ਉਹ ਵੀ ਬਹੁਤ ਹਾਰਡ ਵਰਕਿੰਗ ਟੀਮ ਹੈ। ਸੋ ਅਸੀਂ ਬਹੁਤ ਜ਼ਿਆਦਾ ਆਫਿਸ ਐਕਸਪੈਂਸ਼ਨਸ ਨਹੀਂ ਹੈਗੀਆਂ ਸਾਡੇ ਕੋਲ, ਬਟ ਸਟਿਲ ਅਸੀਂ ਇਸੇ ਕਰਕੇ ਜਿੱਥੇ ਬੈਠਦੇ ਹਾਂ ਉੱਥੇ ਵੀ ਮੇਕ ਸ਼ੋਰ ਕਿ ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨਸ ਆ ਉਹ ਐਪਲੀਕੇਸ਼ਨਸ ਤੋਂ ਅਸੀਂ ਸਕਸੈਸ ਹਾਸਲ ਕਰ ਸਕੀਏ। ਔਰ ਫਿਜ਼ੀਕਲੀ ਤੁਸੀਂ ਸਾਡੇ ਆਫਿਸ ਆਉਂਦੇ ਹੋ, ਇਹ ਸ਼ਾਇਦ ਪੰਜਾਬ ਦਾ ਇਕਲੌਤਾ ਆਫਿਸ ਹੋਏਗਾ ਜਿਹਦੀਆਂ ਕੰਧਾਂ ਦੇ ਉੱਪਰ ਵੀਜ਼ਾਸ ਨਹੀਂ ਟੰਗੇ ਹੁੰਦੇ। ਸੋ ਸਾਡੀਆਂ ਸਪਾਟ ਤੁਹਾਨੂੰ ਖਾਲੀ ਕੰਧਾਂ ਮਿਲਣਗੀਆਂ, ਬਟ ਸਾਨੂੰ 22-23 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਔਰ ਸਾਨੂੰ ਤਜਰਬਾ ਹੈਗਾ ਕਿ ਤੁਹਾਡੇ ਵੀਜ਼ਾਸ ਨੂੰ ਅਸੀਂ ਸਕਸੈਸਫੁਲੀ ਕਿਸ ਤਰੀਕੇ ਨਾਲ ਕਨਵਰਟ ਕਰ ਸਕਦੇ ਹਾਂ। ਤਾਂ ਅਰਵਿੰਦਰ ਜੀ, ਜਿਵੇਂ ਤੁਸੀਂ ਕਿਹਾ ਵੀ ਮੇਰੇ ਇੱਕ ਇਕਲੌਤਾ ਆਫਿਸ ਅਸੀਂ ਕਹਿ ਸਕਦੇ ਹਾਂ ਜਿਹਦੇ ਕੰਧਾਂ ਤੇ ਪਾਸਪੋਰਟ ਜਾਂ ਵੀਜ਼ੇ ਨਹੀਂ ਲੱਗੇ ਹੁੰਦੇ, ਵੀ ਅਗਲਾ ਜਦੋਂ ਬੰਦਾ ਕੋਈ ਦਫ਼ਤਰ ਵਿੱਚ ਵਿਜ਼ਿਟ ਕਰਦਾ ਹੈ ਜਾਂ ਕੋਈ ਕਲਾਇੰਟ ਆਉਂਦਾ ਹੈ ਤਾਂ ਪਹਿਲਾਂ ਇਹ ਚੀਜ਼ ਦੇਖਦਾ ਵੀ ਇਹ ਬੰਦੇ ਨੇ ਵੀਜ਼ੇ ਲਵਾਏ ਕਿ ਨਹੀਂ ਲਵਾਏ। ਉਹ ਕਹਿ ਲਓ ਇੱਕ ਮਸ਼ਹੂਰੀ ਦੀ ਤਰ੍ਹਾਂ ਉਹਨਾਂ ਲਾਏ ਹੁੰਦੇ ਨੇ ਵੀ ਇਹ ਚੀਜ਼ ਨੂੰ ਲੈ ਕੇ ਕਈ ਵਾਰ ਸੋਚੀ ਜ਼ਰੂਰ ਪੈ ਜਾਂਦੇ ਹੋਣਗੇ ਵੀ ਨਹੀਂ ਲੰਮਾ ਸਮਾਂ ਹੋ ਗਿਆ ਵੀ ਰਾਇਲਸ ਵਾਲਿਆਂ ਦੇ ਕੋਲੇ ਆਏ ਆ। ਸਿੰਘ ਸਾਹਿਬ, ਅਗਰ ਤੁਸੀਂ ਕਣਕ ਬੀਜਦੇ ਹੋ ਤਾਂ ਤੁਸੀਂ ਕੰਧ ਦੀਆਂ ਮਤਲਬ ਜਿਹੜੀ ਕਣਕ ਦੀਆਂ ਬੋਰੀਆਂ ਦੀ ਧਾਗ ਜਮਾ ਕੇ ਤੁਸੀਂ ਦਰਵਾਜ਼ੇ ਤੇ ਨਹੀਂ ਰੱਖਦੇ। ਸੋ ਤੁਹਾਡੇ ਸੁਭਾਅ ਤੋਂ ਪਤਾ ਲੱਗਦਾ ਵੀ ਤੁਸੀਂ ਕੰਮ ਕਰਦੇ ਹੋ ਕਿ ਨਹੀਂ ਕਰਦੇ ਹੋ। ਦੂਸਰਾ ਬਹੁਤ ਤਗੜਾ ਪ੍ਰਾਈਵੇਸੀ ਇਸ਼ੂ ਆ। ਸੋ ਇੱਕ ਕਲਾਇੰਟ ਬਹੁਤ ਸਾਰਾ ਯਕੀਨ ਕਰਕੇ ਆਪਣਾ ਸਾਰਾ ਡਾਕੂਮੈਂਟ ਸਾਨੂੰ ਦਿੰਦਾ, ਸਾਰੀ ਉਹਦੀ ਨਿੱਜੀ ਜਾਣਕਾਰੀਆਂ ਸਾਡੇ ਕੋਲ ਨੇ, ਅਸੀਂ ਇਹਨਾਂ ਨੂੰ ਚਰਾਹੇ ਨਹੀਂ ਟੰਗਦੇ। ਇਹ ਸਾਡੇ ਕੁਝ ਆਪਣੇ ਪ੍ਰਿੰਸੀਪਲਸ ਨੇ। ਹੈਲੋ ਜੀ, ਕਾਲ ਤੇ ਆ ਗਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸਵਾਗਤ।
ਜੀ ਸਰ ਪ੍ਰੋਗਰਾਮ ਮੈਂ ਆਪਣੇ ਕੋਲ ਫਾਈਲ ਡਿਸਕਸ ਕਰਨੀ ਸੀ ਯੂਕੇ ਸਟੱਡੀ ਵੀਜ਼ਾ ਦੇ ਲਈ। ਜੀ ਪੁੱਛੋ ਮੈਡਮ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰੀ +2 2017 ਦੀ ਹੈ। ਅੱਛਾ ਜੀ, 68% ਹੈ, ਆਰਟਸ ਚੋਂ ਕੀਤੀ ਹੈ ਮੈਂ। ਹਾਂ ਠੀਕ ਹੈ, ਕੋਈ ਦਿੱਕਤ ਨਹੀਂ। ਆਰਟਸ ਬੇਸਿਕਲੀ +2 ਬੇਸਿਕ ਐਜੂਕੇਸ਼ਨ ਤੁਸੀਂ ਖਤਮ ਕੀਤੀ ਹੈ, ਉਸ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ ਜਾ ਸਕਦੇ ਹੋ। ਹਾਂਜੀ ਆਰਟਸ ਵੀ ਹੈਗੀ ਹੈ ਸਰ ਮੇਰੇ ਕੋ, ਓਵਰऑल 6 ਹੈ, 2 ਮੋਡਿਊਲ ਚੋਂ 5.5 ਹੈ। ਯੂਕੇ ਹੋ ਜਾਏਗਾ? ਬੜੇ ਪਰਫੈਕਟਲੀ ਹੋ ਜਾਏਗਾ। 5.5 ਈਚ ਦੇ ਨਾਲ ਕੋਈ ਵੀ ਪ੍ਰੋਫਾਈਲ ਜਿਹੜਾ ਆ ਯੂਕੇ ਦੇ ਵਿੱਚ ਐਲੀਜੀਬਲ ਹੋ ਸਕਦਾ ਆ, ਅਪਾਰਟ ਫਰੋਮ ਕਿ ਤੁਹਾਨੂੰ ਵੇਵਰ ਨਾਲ ਲੈਣਾ ਪਵੇ ਆਈਲੈਟਸ ਦਾ। ਸੋ 5.5 ਦੇ ਨਾਲ ਤੁਹਾਡਾ ਹਰ ਸਟੂਡੈਂਟ ਐਲੀਜੀਬਲ ਹੋ ਜਾਂਦਾ ਯੂਕੇ ਦੇ ਵਿੱਚ। ਓਕੇ ਸਰ, ਜਿਹਦਾ ਗੈਪ ਹੈਗਾ ਉਹਦਾ ਤੇ ਕੀ ਕੋਈ ਇਸ਼ੂ ਹੋਏਗਾ 2017 ਤੇ +2 ਦੇ? ਗੈਪ ਬੇਸਿਕਲੀ ਅਸੀਂ ਰਿਸਰਚ ਦੇ ਵਿੱਚ ਦਿਖਾਉਨੇ ਆ, ਸਾਨੂੰ ਕੋਈ ਫੇਕ ਡਾਕੂਮੈਂਟਸ ਨਹੀਂ ਬਣਾਉਣੇ, ਸਾਨੂੰ ਕੋਈ ਨਕਲੀ ਡਿਪਲੋਮਾਸ ਨਹੀਂ ਲਾਉਣੇ ਚਾਹੀਦੇ। ਬਿਕੋਜ਼ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਅਗਰ ਅਖਬਾਰਾਂ ਵਿੱਚ ਵੀ ਅੱਜਕੱਲ ਖਬਰਾਂ ਆਉਂਦੀਆਂ ਕਿ ਸਭ ਤੋਂ ਵੱਧ ਜਿਹੜੀਆਂ ਚਾਹੇ ਅਮਰੀਕਾ ਦੀਆਂ ਐਮਬੈਸੀਜ਼ ਨੇ, ਚਾਹੇ ਉਹ ਕੈਨੇਡਾ ਦੀਆਂ ਐਮਬੈਸੀਜ਼ ਨੇ, ਚਾਹੇ ਉਹ ਯੂਕੇ ਦੀਆਂ ਐਮਬੈਸੀਜ਼ ਨੇ, ਸਭ ਤੋਂ ਵੱਧ ਜਾਲੀ ਜਿਹੜੇ ਕਾਗਜ਼ ਆ ਉਹ ਆ ਡਿਪਲੋਮਿਆਂ ਵਾਲੇ ਲੱਗਦੇ ਆ। ਸੋ ਇਸ ਕਰਕੇ ਕੋਈ ਵੀ ਇਹੋ ਜਿਹਾ ਫੇਕ ਡਾਕੂਮੈਂਟ ਲਾਉਣ ਦੀ ਲੋੜ ਨਹੀਂ। ਤੁਹਾਡਾ ਪ੍ਰੋਫਾਈਲ ਹੈ ਉਹਨੂੰ ਅਸੀਂ ਪ੍ਰੋਗਰੈਸ਼ਨ ਦੇ ਬਿਹਾਫ ਦੇ ਉੱਪਰ ਲੈਨੇ ਕਿ ਤੁਸੀਂ ਰਿਸਰਚ ਕੀਤੀ ਹੈ, ਤੁਸੀਂ ਕੁਝ ਨਾ ਕੋਈ ਲੱਭਿਆ ਹੈ, ਤੁਸੀਂ ਕਿਤੇ ਕੰਮ ਕੀਤਾ ਹੋ ਸਕਦਾ ਆ, ਨਹੀਂ ਵੀ ਕੁਝ ਕੀਤਾ ਤਾਂ ਤੁਹਾਨੂੰ ਅੱਜ ਲੱਗਦਾ ਕਿ ਤੁਸੀਂ ਇੱਕ ਬਿਹਤਰੀ ਵੱਲ ਨੂੰ ਜਾਣ ਲਈ ਤੁਹਾਨੂੰ ਪੜ੍ਹਾਈ ਦੀ ਜ਼ਰੂਰਤ ਹੈ। ਇਹ ਵੀਜ਼ੇ ਬੜੇ ਆਰਾਮ ਨਾਲ ਮਿਲ ਜਾਂਦੇ ਆ ਫਿਰ। ਤੇ ਸਰ ਪੈਕੇਜ ਵਗੈਰਾ ਕਰਦੇ ਹੋ ਆਪਾਂ? ਤੁਸੀਂ ਪੈਸੇ ਬਾਅਦ ਚ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ। ਸੋ तमाम ਖਰਚੇ ਯੂਕੇ ਦੇ ਤੁਸੀਂ ਵੀਜ਼ਾ ਤੋਂ ਬਾਅਦ ਦੇ ਸਕਦੇ ਹੋ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਵਨਸ ਅਸੀਂ ਅਪਰੂਵ ਕਰ ਦਈਏ ਤੁਹਾਡਾ ਵੀਜ਼ਾ ਤੇ ਤੁਹਾਡਾ ਕੇਸ ਫਾਈਲ ਹੋ ਜਾਏਗਾ। ਔਰ ਪਿਛਲੇ 2-2.5 ਸਾਲ ਦੇ ਵਿੱਚ ਯੂਕੇ 'ਚ ਸਾਡੇ ਕੋਲ ਇੱਕ ਸਿੰਗਲ ਵੀ ਰਿਫਿਊਜ਼ਲ ਨਹੀਂ ਹੈਗਾ। ਅੱਛਾ ਜੀ। ਸੋ ਇਸ ਕਰਕੇ ਅਸੀਂ ਤੁਹਾਡੇ ਲਈ ਸਾਰੀਆਂ तमाम ਖਰਚੇ ਕੋਲੋਂ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ ਸਰ, ਥੈਂਕ ਯੂ। ਓਕੇ ਜੀ, ਸ਼ੁਕਰੀਆ ਕਾਲ ਕਰਨ ਲਈ। ਓਕੇ ਤਾਂ ਰਵਿੰਦਰ ਜੀ, ਜਿਵੇਂ ਆਪਾਂ ਥੋੜਾ ਜਿਹਾ ਕੈਨੇਡਾ ਦਾ ਸਟਾਰਟਿੰਗ 'ਚ ਜ਼ਿਕਰ ਕੀਤਾ ਸੀ ਵੀ ਵੀਜ਼ੇ ਆ ਰਹੇ ਨੇ ਕਿ ਨਹੀਂ ਆ ਰਹੇ, ਪਰ ਕਹਿੰਦੇ ਨੇ ਵੀ ਕੈਨੇਡਾ ਨੇ ਸਖਤੀ ਬਹੁਤ ਜ਼ਿਆਦਾ ਕਰਤੀ, ਸਖਤੀ ਵਧਾ ਦਿੱਤੀ ਆ ਔਰ ਵੀਜ਼ੇ ਜ਼ਰੂਰ ਆ ਰਹੇ ਨੇ। ਕੀ ਸਖਤੀ ਕਿੰਨੀ ਕੁ ਵੱਧ ਗਈ ਔਰ ਕੀ ਕੁਝ ਨਵਾਂ ਇਹਦੇ 'ਚ? ਸਿੰਘ ਸਾਹਿਬ, ਸਖਤੀ ਨਹੀਂ ਵਧੀ, ਸਿਰਫ ਤੇ ਸਿਰਫ ਇਹ ਹੋਇਆ ਕਿ ਸਾਡੀ ਤਾਦਾਦ ਵਧੀ ਆ। ਪਿਛਲੇ 2-3 ਸਾਲ ਤੋਂ ਹਰ ਬੱਚਾ ਕੈਨੇਡਾ ਹੀ ਅਪਲਾਈ ਕਰ ਰਿਹਾ ਹੈ। ਪਿਛਲੇ 2-3 ਸਾਲ ਦਾ ਟ੍ਰੈਂਡ ਇਹ ਹੈ ਕਿ ਸਾਰੀਆਂ ਐਮਬੈਸੀਜ਼ ਬੰਦ ਸੀ। ਕੋਵਿਡ ਦੇ ਵਿੱਚ ਵੀ ਇਕੱਲੀ ਕੈਨੇਡਾ ਐਮਬੈਸੀ ਖੁੱਲੀ ਸੀ ਔਰ ਕੈਨੇਡਾ ਐਮਬੈਸੀ ਨੇ ਐਪਲੀਕੇਸ਼ਨਸ ਲੈਣੀਆਂ ਬੰਦ ਨਹੀਂ ਕੀਤੀਆਂ, ਜਿਹਦਾ ਸਿੱਟਾ ਇਹ ਹੋਇਆ, ਜਿਹਦਾ ਨਤੀਜਾ ਇਹ ਹੋਇਆ ਕਿ ਸਭ ਤੋਂ ਵੱਧ ਐਪਲੀਕੇਸ਼ਨਸ ਦਾ ਢੇਰ ਉੱਥੇ ਲੱਗ ਗਿਆ। ਔਰ ਜਿੱਥੇ ਹੁਣ ਢੇਰ ਜ਼ਿਆਦਾ ਆ, ਦਾਣੇ ਵੀ ਉੱਥੇ ਹੀ ਜ਼ਿਆਦਾ ਨਿਕਲਣੇ ਆ ਤੇ ਫੂਸ ਵੀ ਉੱਥੇ ਹੀ ਜ਼ਿਆਦਾ ਨਿਕਲਣਾ ਹੈ। ਸੋ ਇਸੇ ਕਰਕੇ ਉੱਥੇ ਵੀਜ਼ਿਆਂ ਦੀ ਤਾਦਾਦ ਵੀ ਅਸੀਂ ਪਿਛਲੇ 2 ਸਾਲਾਂ 'ਚ ਬਹੁਤ ਜ਼ਿਆਦਾ ਵੇਖੀ ਤੇ ਉੱਥੇ ਰਿਫਿਊਜ਼ਲ ਦਾ ਵੀ ਅਸੀਂ ਜਿਹੜਾ ਇਕੱਠ ਬਹੁਤ ਜ਼ਿਆਦਾ ਵੇਖਿਆ। ਸੋ ਇਹ ਅਲਟੀਮੇਟਲੀ ਦੋਨਾਂ ਦੀ ਤਾਦਾਦ ਵਧੀ ਆ, ਪਰ ਸਾਡੀ ਜਿਹੜੀ ਓਵਰਆਲ ਤਾਦਾਦ ਸੀ ਅਪਲਾਈ ਕਰਨ ਵਾਲੀ ਉਹ ਜਦੋਂ ਦੁੱਗਣੀ ਹੋ ਗਈ ਤੇ ਵੀਜ਼ਾ ਮਿਲਣ ਦਾ ਕੋਟਾ ਸਾਡਾ ਉਨਾ ਹੀ ਆ। ਸੋ ਇਸ ਕਰਕੇ ਸਾਨੂੰ ਰਿਜ਼ਲਟ ਦੇ ਵਿੱਚ ਰਿਫਿਊਜ਼ਲਸ ਜ਼ਿਆਦਾ ਦਿਸਦੇ ਆ। ਬਿਕੋਜ਼ ਅੱਗੇ ਥੋੜਿਆਂ ਦੇ ਵਿੱਚੋਂ ਜ਼ਿਆਦਾ ਵੀਜ਼ਾ ਆ ਜਾਂਦੇ ਸੀ, ਹੁਣ ਜ਼ਿਆਦਿਆਂ ਦੇ ਵਿੱਚੋਂ ਸਾਨੂੰ ਫਿਰ ਥੋੜੇ ਲੱਗਦੇ ਆ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਹੁਕਮ ਕਰੋ, ਕੀ ਜਾਣਕਾਰੀ ਚਾਹੀਦੀ? ਹਾਂਜੀ ਸਰ, ਮੇਰੇ ਨਾ ਟੂਰਿਸਟ ਵੀਜ਼ਾ ਦੇ ਰਿਗਾਰਡਿੰਗ ਕੁਐਰੀ ਸੀਗੀ ਜੀ। ਤੁਸੀਂ ਟੂਰਿਸਟ ਵੀਜ਼ਾ ਕਰਵਾਉਣਾ ਸੀਗਾ ਸਰ ਮੈਂ। ਜੀ ਪੁੱਛੋ, ਕਿਸ ਮੁਲਕ ਦਾ ਲਾਉਣਾ ਚਾਹੁੰਦੇ ਹੋ? ਹਾਂਜੀ ਸਰ, ਟੂਰਿਸਟ ਵੀਜ਼ਾ ਜਿਵੇਂ ਕਿ ਯੂਕੇ ਦਾ ਹੋ ਜਾਏ, ਕੈਨੇਡਾ ਦਾ ਹੋ ਜਾਏ, ਤੁਸੀਂ ਕਿਹੜੀ ਕੰਟਰੀ ਦਾ ਡੀਲ ਕਰਦੇ ਹੋ? ਮੈਡਮ ਅਸੀਂ ਬੇਸਿਕਲੀ ਯੂਐਸ, ਕੈਨੇਡਾ, ਯੂਕੇ, ਸ਼ੈਂਗਨ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਅਸੀਂ तमाम ਮੁਲਕਾਂ ਨੂੰ ਟੂਰਿਸਟ ਵੀਜ਼ਾ ਦਾ ਅਪਲਾਈ ਕਰਦੇ ਹਾਂ। ਹਾਂਜੀ ਨਹੀਂ ਸਰ, ਕੈਨੇਡਾ ਦਾ ਹੋ ਜਾਏਗਾ। ਮਤਲਬ ਮੈਂ ਆਪਣੇ ਹਸਬੰਡ ਨਾਲ ਆਪਣਾ ਟੂਰਿਸਟ ਵੀਜ਼ਾ ਕਰਵਾਉਣਾ ਸਰ। ਇਹਦਾ ਇੱਕ ਬੇਸਿਕ ਜਿਹਾ ਤਰੀਕਾ ਹੈ ਕਿ ਤੁਹਾਨੂੰ ਆਪਣਾ ਪਾਸਪੋਰਟ ਦੀ ਕਾਪੀ ਔਰ ਬੈਂਕ ਸਟੇਟਮੈਂਟਸ ਲੈ ਕੇ ਸਾਨੂੰ ਮਿਲਣਾ ਪੈਂਦਾ। ਬਿਕੋਜ਼ ਕੁਝ ਕੰਟਰੀਜ਼ ਦੇ ਵਿੱਚ ਇਕੱਲੇ ਡਾਕੂਮੈਂਟਸ ਦੇ ਵਿੱਚ ਮੇਨਲੀ ਹੋਰ ਕੀ ਚਾਹੀਦਾ ਹੁੰਦਾ, ਡਾਕੂਮੈਂਟਸ ਵਗੈਰਾ ਕੀ ਨੀਡ ਹੁੰਦੀ ਹੈ? ਕਿਸੇ ਵੀ ਕੰਟਰੀ 'ਚ ਤੁਸੀਂ ਵੀਜ਼ਾ ਟੂਰਿਸਟ ਅਪਲਾਈ ਕਰਦੇ ਤੁਹਾਨੂੰ ਮੁੱਖ ਤੌਰ ਤੇ 2 ਚੀਜ਼ਾਂ ਹੀ ਚਾਹੀਦੀਆਂ ਨੇ। ਇੱਕ ਹੈਗਾ ਤੁਹਾਡਾ ਆਮਦਨ ਦਾ ਜ਼ਰੀਆ ਕਿ ਪੈਸਾ ਆਉਂਦਾ ਕਿੱਥੋਂ ਆ, ਇੱਕ ਜਿਹੜਾ ਤੁਹਾਡਾ ਆ ਕੇ ਪੈਸਾ ਪਿਆ ਕਿੱਥੇ ਆ, ਜਿਹਨੂੰ ਅਸੀਂ ਬੈਂਕ ਦੇ ਰੂਪ ਵਿੱਚ ਦੇਖਦੇ ਹੋ। ਸੋ ਇੱਕ ਆਮਦਨ ਦਾ ਜਿਹੜਾ ਸੋਰਸ ਹੈ ਉਹ ਦਿਸਣਾ ਚਾਹੀਦਾ ਹੁੰਦਾ, ਇੱਕ ਤੁਹਾਡੇ ਬੈਂਕ 'ਚ ਪੈਸਾ ਦਿਸਦਾ ਹੋਵੇ। ਆਹ 2 ਚੀਜ਼ਾਂ ਹੀ ਚਾਹੀਦੀਆਂ। ਦੋਨੋਂ ਚੀਜ਼ਾਂ ਦਿਖਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਅਸੈਸ ਕਰਾ ਸਕਦੇ ਹੋ। ਓਕੇ ਠੀਕ ਹੈ। ਤੇ ਸਰ ਮੀਨਸ ਦੈਟ ਕਿ ਜਿੱਦਾਂ ਕਿ ਹੁਣ ਉੱਥੇ ਕਿੰਨੇ ਟਾਈਮ ਦਾ ਵੀਜ਼ਾ ਮਿਲਦਾ, ਟੂਰਿਸਟ ਵੀਜ਼ਾ ਜਿਹੜਾ ਹੁੰਦਾ? ਕੈਨੇਡਾ 10 ਸਾਲ ਤੱਕ ਦਾ ਵੀਜ਼ਾ ਦਿੰਦਾ ਆ, ਯੂਐਸਏ 10 ਸਾਲ ਦਾ ਵੀਜ਼ਾ ਦਿੰਦਾ ਆ, ਯੂਕੇ 6 ਮਹੀਨੇ ਦਾ ਵੀਜ਼ਾ ਦਿੰਦਾ ਆ। ਸੋ ਹਰ ਇੱਕ ਮੁਲਕ ਦਾ ਆਪੋ ਆਪਣਾ ਕ੍ਰਾਈਟੇਰੀਆ ਹੈ। ਠੀਕ ਹੈ ਜੀ, ਠੀਕ ਹੈ ਸਰ। ਠੀਕ ਹੈ ਸਰ, ਜੇ ਅਗਰ ਮੀਨਸ ਕਿ ਤੇ ਕੋਈ ਸਪਾਂਸਰ ਉੱਥੇ ਦੀ ਕੋਈ ਭੇਜ ਦੇਵੇ ਤੇ ਬੜੇ ਆਰਾਮ ਨਾਲ ਵੀਜ਼ਾ। ਕੈਨੇਡਾ ਬੇਸਿਕਲੀ ਫੈਮਿਲੀ ਦੇ ਵਿਜ਼ਿਟ ਕਰਨ ਵਾਲਾ ਮੁਲਕ ਹੈ ਔਰ ਸਭ ਤੋਂ ਵੱਧ ਫੈਮਿਲੀਜ਼ ਨੂੰ ਵੀਜ਼ਾ ਦਿੰਦਾ ਕੈਨੇਡਾ। ਸੋ ਇਸ ਕਰਕੇ ਜਿਹੜੇ ਸਟੂਡੈਂਟਸ ਨੇ ਚਾਹੇ ਉਹ ਵੀ ਸਪਾਂਸਰ ਕਰ ਸਕਦੇ ਆ, ਚਾਹੇ ਜਿਹੜੇ ਇਸ ਟਾਈਮ ਵਰਕ ਪਰਮਿਟ ਦੇ ਉੱਪਰ ਨੇ ਉਹ ਵੀ ਸਪਾਂਸਰ ਕਰ ਸਕਦੇ ਹੋ।
ਜਿਹੜੇ ਤੁਹਾਡੇ ਉੱਥੇ ਸਿਟੀਜ਼ਨ ਨੇ ਉਹ ਤਾਂ ਕਰ ਹੀ ਸਕਦੇ ਆ। ਸੋ ਇੱਕ ਦਿਨ ਪਹਿਲਾਂ ਗਿਆ ਸਟੂਡੈਂਟ ਵੀ ਸਪਾਂਸਰ ਕਰ ਸਕਦਾ ਕੈਨੇਡਾ ਦੇ ਵਿੱਚ। ਇਹ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਸ਼ਾਇਦ ਉਹ 'ਚ ਨਵੇਂ ਬੱਚੇ ਜਿਹੜੇ ਆ ਸਪਾਂਸਰ ਨਹੀਂ ਕਰ ਸਕਦੇ। ਐਨੀਬਡੀ ਲਿਵਿੰਗ ਇਨ ਕੈਨੇਡਾ ਤੁਹਾਨੂੰ ਸਪਾਂਸਰ ਕਰ ਸਕਦਾ ਆ। ਠੀਕ ਹੈ ਸਰ, ਕੋਈ ਗੱਲ ਨਹੀਂ ਸਰ। ਜੇ ਮਿਲਣਾ ਹੋਵੇ ਤਾਂ ਕਿੱਥੇ ਤੁਸੀਂ ਜਲੰਧਰ ਆਫਿਸ ਮਿਲ ਸਕਦੇ ਹੋ, ਇਸੇ ਨੰਬਰ ਤੇ ਉੱਪਰ ਕਾਲ ਕਰੋ ਔਰ ਆਪਣੇ ਆਉਣ ਦਾ ਸਮਾਂ ਤੁਸੀਂ ਕਨਫਰਮ ਕਰ ਸਕਦੇ ਹੋ। ਫਿਰ ਤੁਹਾਨੂੰ ਇੱਕ ਪਾਰਟਿਕੂਲਰ ਸਮਾਂ ਮਿਲ ਜਾਂਦਾ ਤੁਹਾਨੂੰ, ਤਾਂ ਕਿ ਤੁਹਾਨੂੰ ਕਿਸੇ ਕਿਸਮ ਦਾ ਇੰਤਜ਼ਾਰ ਨਾ ਕਰਨਾ ਪਵੇ। ਕਰ ਲਾਂਗੇ। ਬਹੁਤ ਸ਼ੁਕਰੀਆ ਕਾਲ ਕਰਨ ਲਈ। ਓਕੇ, ਥੈਂਕ ਯੂ ਸੋ ਮਚ। ਰਵਿੰਦਰ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬੱਚਾ ਭਾਵੇਂ ਇੱਕ ਦਿਨ ਹੀ ਪਹਿਲਾਂ ਕੈਨੇਡਾ ਪਹੁੰਚਿਆ, ਕੈਨੇਡਾ ਦੀ ਧਰਤੀ ਤੇ ਪਹੁੰਚਿਆ ਤੇ ਉਹ ਬੰਦਾ ਸਪਾਂਸਰ ਭੇਜ ਸਕਦਾ, ਪਰ ਮੈਨੂੰ ਵੀ ਖੁਦ ਸੁਣਨ ਨੂੰ ਇਹ ਗੱਲ ਮਿਲੀ ਸੀ ਵੀ ਜਿੰਨਾ ਚਿਰ ਬੰਦਾ PR ਨਹੀਂ ਹੁੰਦਾ, ਆਪਣਾ ਰੈਜ਼ੀਡੈਂਸ ਨਹੀਂ ਲੈ ਸਕਦਾ, ਉਹਨਾਂ ਚ ਕੋਈ ਆਪਣੇ ਕਿਸੇ ਸਾਕ ਸੰਬੰਧੀ ਨੂੰ, ਰਿਸ਼ਤੇਦਾਰ ਨੂੰ ਸਪਾਂਸਰ ਨਹੀਂ ਭੇਜ ਸਕਦਾ। ਅਸਲ 'ਚ ਮੈਂ ਜਾਣਬੁੱਝ ਕੇ ਕੁਝ ਐਕਸਟਰਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਕਿ ਜਿਹੜੀਆਂ ਚੀਜ਼ਾਂ ਕਦੀ ਅਸੀਂ ਨਹੀਂ ਸੁਣੀਆਂ ਉਹ ਜ਼ਰੂਰ ਸਾਹਮਣੇ ਆ ਜਾਣ ਔਰ ਆਮ ਦਰਸ਼ਕਾਂ ਦੇ ਉਹ ਜ਼ਹਿਨ ਦੇ ਵਿੱਚ ਚੀਜ਼ਾਂ ਆ ਜਾਣ। ਤੁਸੀਂ ਵੇਖੋ, ਅੱਜ ਇੱਕ ਬੱਚਾ ਅੱਜ ਗਿਆ ਆ, ਉਹ ਕੱਲ ਆਪਣੇ ਮਾਂ-ਬਾਪ ਨੂੰ ਸੱਦਣ ਲਈ ਮਿਲਣ ਲਈ ਸੱਦਣਾ ਚਾਹੁੰਦਾ, ਤੇ ਇਹਦੇ ਚ ਕੀ ਮਾੜਾ ਆ? ਔਰ ਸਭ ਨੂੰ ਲੱਗਦਾ ਕਿ ਸਪਾਂਸਰ ਦਾ ਮਤਲਬ ਉਹ ਆ ਜਿਹਦੀ ਜੇਬ 'ਚ ਰੁਪਈਏ ਆ, ਜਿਹਦੇ ਕੋਲ ਪੰਡ ਬਣ ਕੇ ਰੁਪਈਏ ਪਏ ਆ ਔਰ ਕਹਿੰਦਾ ਜੀ ਸਾਰਾ ਖਰਚਾ ਮੈਂ ਕਰ ਲੂੰਗਾ। ਹੁਣ ਇੱਕ ਸਟੂਡੈਂਟ ਆ, ਸਟੂਡੈਂਟ ਦੇ ਫਾਈਨੈਂਸ਼ੀਅਲ ਸਪਾਂਸਰ ਉਹਦੇ ਪੇਰੈਂਟਸ ਹੁੰਦੇ ਆ। ਸੋ ਇਹ ਉਹ ਪੇਰੈਂਟਸ ਨੇ ਜਿਨ੍ਹਾਂ ਨੇ ਪੈਸੇ ਲਾ ਕੇ ਬੱਚੇ ਨੂੰ ਬਾਹਰ ਪੜ੍ਹਨ ਲਈ ਭੇਜਿਆ। ਇਹਦਾ ਮਤਲਬ ਇਹਨਾਂ ਦੀ ਕਾਬਲੀਅਤ ਤੇ ਪਹਿਲਾਂ ਹੀ ਸ਼ੱਕ ਹੈ ਨਹੀਂ ਕਿ ਇਹਨਾਂ ਕੋਲ ਸਰਮਾਏ ਦੀ ਕੋਈ ਕਮੀ ਥੋੜੀ ਆ। ਸੋ ਇਹ ਜਦੋਂ ਇੰਟਰਨੈਸ਼ਨਲ ਸਟੂਡੈਂਟ ਦੇ ਪੇਰੈਂਟਸ ਨੇ, ਰਿਸ਼ਤੇਦਾਰ ਨੇ, ਇਹ ਇੱਕ ਲੈਵਲ ਬਾਕੀ ਐਪਲੀਕੇਸ਼ਨ ਤੋਂ ਅਪ ਹੋ ਜਾਂਦੇ ਆ ਕਿ ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਪੱਲਿਓਂ ਪੈਸੇ ਲਾ ਕੇ ਆਪਣੇ ਬੱਚੇ ਨੂੰ ਬਾਹਰ ਪੜ੍ਹਨ ਲਈ ਭੇਜਿਆ। ਉਸ ਤੋਂ ਬਾਅਦ ਤੁਹਾਡੇ ਕੋਲ ਉੱਥੇ ਜਿਹੜਾ ਸਟੂਡੈਂਟ ਗਿਆ ਆ, ਸਿਰਫ ਇੱਕ ਜਿਹੜੀ ਦਿੱਕਤ ਆਉਂਦੀ ਸਭ ਤੋਂ ਵੱਧ ਰਿਫਿਊਜ਼ਲਸ ਜਿਹੜੇ ਸਟੂਡੈਂਟ ਦੀਆਂ ਐਪਲੀਕੇਸ਼ਨ ਵਿੱਚ ਪੇਰੈਂਟਸ ਦੀਆਂ ਆਉਂਦੀਆਂ ਨੇ, ਉਹਦਾ ਇੱਕ ਮੁੱਖ ਕਾਰਨ ਇਹ ਆ ਕਿ ਬਹੁਤ ਸਾਰੇ ਬੱਚੇ ਜਦੋਂ ਸਪਾਂਸਰਸ ਭੇਜਦੇ ਆ, ਬੱਚੇ ਹੁਣ ਆਪ 4 5 6 ਜਣੇ ਬੇਸਮੈਂਟ 'ਚ ਰਹਿੰਦੇ ਆ, ਉਹ ਆਪਣੇ ਮਾਂ-ਬਾਪ ਨੂੰ ਸਪਾਂਸਰ ਭੇਜਦੇ ਆ ਕਿ ਮਾਂ-ਬਾਪ ਮੇਰੇ ਕੋਲ ਆ ਕੇ ਰਹਿਣਗੇ। ਉਹ ਭਾਈ ਲੋਕੋ, ਤੁਹਾਡੇ ਕੋਲ ਆਪਣੇ ਕੋਲ ਜਗ੍ਹਾ ਨਹੀਂ ਹੈਗੀ, ਮਾਂ-ਬਾਪ ਨੂੰ ਕਿੱਥੇ ਰੱਖਣਾ ਹੈ? ਸੋ ਬਿਲਕੁਲ ਜੀ, ਹੁਣ ਸਾਡਾ ਵੀ ਸ਼ੋਅ ਖਤਮ ਹੋਣ ਵਾਲਾ, ਕਿਉਂਕਿ ਸਮਾਂ ਥੋੜਾ ਜਿਹਾ ਕੀਮਤੀ ਹੁੰਦਾ ਔਰ ਇਹਦੇ ਤੇ ਪਾਬੰਦ ਰਹਿਣਾ ਪੈਂਦਾ ਹੁੰਦਾ। ਤਾਂ ਮੋਬਾਈਲ ਨੰਬਰ ਫੇਰ ਉਹੀ ਹੈ ਜੀ, 92 168 92 168। ਸ਼ੋਅ ਜ਼ਰੂਰ ਬੰਦ ਹੋਣ ਲੱਗਾ, ਕਾਲ ਦਾ ਸਿਲਸਿਲਾ ਜਾਰੀ ਰੱਖੋ। ਅਰਵਿੰਦਰ ਜੀ, ਅੱਜ ਦੇ ਸ਼ੋਅ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।